ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂ ਕਦ ਕਾ। ਬ੍ਰਹਮਾ ਬਿਸ਼ਨ ਸਿਰੈ ਤੇ ਅਗਨਤ, ਤਿਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੂਨ ਉਪਾਈ, ਰਿਜਕ ਦੀਆ ਸਭਹੂ ਕੋ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਸੁਆਸ ਸਤਿਗੁਰਾਂ ਦੀ ਗੋਦ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਅੱਜ ਦੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆਂ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਸਿੱਖ ਪੰਥ ਦੇ ਵਿੱਚ ਬੜੀ ਸ਼ਾਨ ਦੇ ਨਾਲ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਹੈ ਅਤੇ ਜਿਨ੍ਹਾਂ ਦੀ ਬਰਸੀ ਅੱਜ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ 12ਵੇਂ ਮੁਖੀ, ਜਿਨ੍ਹਾਂ ਨੂੰ ਚੱਲਦੀ ਫਿਰਦੀ ਯੂਨੀਵਰਸਿਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦਾ ਵੀ ਸਾਧ ਸੰਗਤ ਜੀ ਅੱਜ ਸੱਚਖੰਡ ਗਮਨ ਦਿਵਸ ਹੈ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸ ਤਰ੍ਹਾਂ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਸਭ ਧਰਮ ਦੇ ਲੋਕ ਉਸ ਖਾਲਸੇ ਦੇ ਰਾਜ ਦੇ ਵਿੱਚ ਸਭੇ ਸੁਖਾਲੀ ਉਠੀਆਂ। ਇਹੋ ਹੋਆ ਹਲੇਮੀ ਰਾਜ ਜੀਓ, ਇਹ ਨਿਮਰਤਾ ਦਾ ਰਾਜ। ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਜੀਆਂ ਦਾ ਜਨਮ
ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਰਾਣੀ ਰਾਜ ਕੌਰ ਜੀਆਂ ਦੀ ਕੁੱਖ ਤੋਂ ਹੁੰਦਾ ਹੈ। ਜਿਸ ਸਮੇਂ ਜ਼ਿਕਰ ਆਉਂਦਾ ਹੈ ਇਹ ਰਾਣੀ ਰਾਜ ਕੌਰ ਦੇ ਪਿਤਾ ਜੀ ਰਾਜਾ ਗਜਪਤ ਜਿਸ ਤਰ੍ਹਾਂ ਸਿੰਘ ਨਾਮ ਕਰਕੇ ਆਉਂਦਾ ਹੈ। ਜਿਸ ਸਮੇਂ ਨਾਵੇਂ ਸਥਾਨ ਤੇ ਵੀ ਮਾਤਾ ਰਾਜ ਕੌਰ ਜੀਆਂ ਦਾ ਸਾਧ ਸੰਗਤ ਜੀ ਜਨਮ ਹੋਇਆ ਹੈ ਘਰ ਵਿੱਚ ਬੇਟੀ ਦਾ, ਉਸ ਸਮੇਂ ਰਾਣੀ ਨੇ ਭਾਵ ਇਹਨਾਂ ਦੀ ਮਾਤਾ ਨੇ ਗੋਲੀਆਂ ਦੇ ਨਾਲ ਲੱਗ ਕੇ, ਕਿਉਂਕਿ ਪੁੱਤਰ ਦਾ ਜਨਮ ਨਾ ਸੀ ਘਰ ਵਿੱਚ ਹੋਇਆ, ਇਸ ਮਾਤਾ ਰਾਜ ਕੌਰ ਜੀਆਂ ਨੂੰ ਘੜੇ ਦੇ ਵਿੱਚ ਸਾਧ ਸੰਗਤ ਜੀ ਪਾ ਕੇ ਨੱਪ ਦਿੱਤਾ ਸੀ। ਜੋ ਰਾਜਾ ਗਜਪਤ ਸਿੰਘ ਸੀ ਇਹ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰਦਾ ਸੀ। ਬਾਬਾ ਗੁੱਦੜ ਸਿੰਘ ਜੀ ਜੋ ਤ੍ਰੈ ਕਾਲ ਦਰਸ਼ੀ ਮਹਾਂਪੁਰਸ਼ ਹੋਏ ਹਨ, ਜਿਸ ਸਮੇਂ ਇਹ ਰਾਜਾ ਜਿਸ ਤਰ੍ਹਾਂ ਸਾਧ ਸੰਗਤ ਜੀ ਗਜਪਤ ਸਿੰਘ ਅੱਜ ਵੀ ਉਸੇ ਤਰ੍ਹਾਂ ਦੁੱਧ ਲੈ ਕੇ ਜਾਂਦਾ ਹੈ, ਉਸੇ ਸਮੇਂ ਸਾਧ ਸੰਗਤ ਜੀ ਬਾਬਾ ਗੁੱਦੜ ਸਿੰਘ ਜੀ ਆਖਦੇ ਹਨ ਅਸੀਂ ਇਹ ਤੇਰੇ ਘਰ ਦਾ ਦੁੱਧ ਨਹੀਂ ਛਕਣਾ, ਤੇਰੇ ਘਰ ਅੱਜ ਰਾਜਾ ਗਊ ਕਤਲ ਹੋਈ ਹੈ, ਭਾਵ ਇੱਕ ਮਾਸੂਮ ਬੱਚੀ ਦਾ ਜਨਮ ਹੋਇਆ ਹੈ, ਉਸ ਨੂੰ ਤੂੰ ਨੱਪ ਕੇ ਆ ਰਿਹਾ ਹੈ। ਉਸੇ ਸਮੇਂ ਕਿਹਾ ਸੀ ਉਸ ਮਹਾਂਪੁਰਸ਼ਾਂ ਨੇ ਉਸ ਨੂੰ ਹੁਣੇ ਤੂੰ ਕੱਢ। ਮਹਾਰਾਜ ਜੀਆਂ ਦੀ ਕਿਰਪਾ ਨਾਲ ਉਸ ਦੇ ਹਜੇ ਸਵਾਸ ਚੱਲਦੇ ਹਨ। ਸਾਧ ਸੰਗਤ ਜੀ ਉਸੇ ਸਮੇਂ ਫਿਰ ਜਾ ਕੇ ਉਸ ਭਾਵ ਮਾਤਾ ਰਾਜ ਕੌਰ ਜੀਆਂ ਨੂੰ ਕੱਢਿਆ ਗਿਆ। ਉਹਨਾਂ ਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਾਧ ਸੰਗਤ ਜੀ ਫਿਰ ਜਨਮ ਹੁੰਦਾ ਹੈ। ਐਸਾ ਰਾਜ ਖਾਲਸੇ ਦਾ ਕਾਇਮ ਕੀਤਾ ਹੈ। ਦੂਰੋਂ ਦਰਾਡਰਿਓਂ ਸਾਧ ਸੰਗਤ ਜੀ ਅੰਗਰੇਜ਼ ਵੀ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਆਪ ਵਿੱਚ ਬੜਾ ਮਾਣ ਮਹਿਸੂਸ ਕਰਿਆ ਕਰਦੇ ਸੀ। ਵਿੱਦਿਆ ਦੇ ਖੇਤਰ ਵਿੱਚ ਜਿੱਥੇ ਧਾਰਮਿਕ ਹਰੇਕ ਧਰਮ ਦੇ ਭਾਵ ਗੁਰਦੁਆਰਾ ਸਾਹਿਬ ਮੰਦਿਰ ਮਸੀਤ ਬਣਾਈ ਗਈ, ਹਰੇਕ ਦੇ ਨਾਲ ਸਕੂਲ ਵੀ ਉਹਨਾਂ ਨੇ ਬਣਾਏ। ਐਸਾ ਰਾਜ ਸੀ ਜਿਸ ਦੇ ਰਾਜ ਤੇ ਗੋਰੇ ਰਿਸਰਚਾਂ ਕਰਦੇ ਹਨ। ਅੱਜ ਵੀ ਜੇ ਗੂਗਲ ਤੇ ਸਰਚ ਕਰੀਏ ਸਭ ਤੋਂ ਖੁਸ਼ਹਾਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਿੱਖਾਂ ਦਾ ਸਾਧ ਸੰਗਤ ਜੀ ਖਾਲਸਾਈ ਰਾਜ ਮੰਨਿਆ ਜਾਂਦਾ ਹੈ। ਫਿਰ ਸਾਧ ਸੰਗਤ ਜੀ ਜਿਸ ਤਰ੍ਹਾਂ ਸਮਾਂ ਆਉਂਦਾ ਹੈ ਗਦਾਰਾਂ ਦੀਆਂ ਚਾਲਾਂ ਦੇ ਨਾਲ ਜ਼ਿਕਰ ਆਉਂਦਾ ਹੈ। ਜਿਸ ਸਮੇਂ ਰੋਪੜ ਦੀ ਸੰਧੀ ਹੋਈ ਸਲੋ ਪੋਇਜ਼ਨ ਮਹਾਰਾਜਾ ਜੀਆਂ ਦੇ ਖਾਣੇ ਵਿੱਚ ਪਾ ਕੇ ਜਿਸ ਤਰ੍ਹਾਂ ਉਹਨਾਂ ਨੂੰ ਛਕਾਇਆ ਗਿਆ, ਹੌਲੀ ਹੌਲੀ ਸਾਧ ਸੰਗਤ ਜੀ ਫਿਰ ਮਹਾਰਾਜਾ ਜੀਆਂ ਦਾ ਸਰੀਰ ਜਿਸ ਤਰ੍ਹਾਂ ਫਿਰ ਉਸ ਤਰ੍ਹਾਂ ਦਾ ਨਾ ਰਿਹਾ। ਹੌਲੀ ਹੌਲੀ ਸਰੀਰ ਦੇ ਵਿੱਚੋਂ ਬਲ ਜਿਸ ਤਰ੍ਹਾਂ ਘਟਦਾ ਗਿਆ। ਜ਼ਿਕਰ ਆਉਂਦਾ ਹੈ ਜਿਸ ਸਮੇਂ ਦੀਵਾ ਬੁੱਝਣ ਤੋਂ ਪਹਿਲਾਂ ਇੱਕ ਵਾਰੀ ਫਿਰ ਬੜਾ ਲਾਟ ਦੇ ਸਹਿਤ ਹੁੰਦਾ ਹੈ। ਅਖੀਰਲੇ ਦਿਨਾਂ ਵਿੱਚ ਮਹਾਰਾਜਾ ਜੀਆਂ ਨੇ ਜਿਸ ਤਰ੍ਹਾਂ ਆਪਣਾ ਸਾਧ ਸੰਗਤ ਜੀ ਦਰਬਾਰ ਸਜਾਇਆ ਹੈ, ਦਰਬਾਰ ਦੇ ਵਿੱਚ ਜਿਸ ਤਰ੍ਹਾਂ ਸਭ ਸਿੱਖ ਪੰਥ ਇਕੱਤਰ ਹੁੰਦਾ ਹੈ, ਸਭ ਜਹਾਨ ਦੇ ਲੋਕ ਇਕੱਤਰ ਹੁੰਦੇ ਹਨ, ਭਾਰੀ ਲੱਖਾਂ ਦੀ ਗਿਣਤੀ ਵਿੱਚ ਜਿਸ ਤਰ੍ਹਾਂ ਆਵਾਮ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਇਹ ਖਾਲਸਾ ਰਾਜ ਬੜਾ ਹੀ ਖੂਨ ਵਹਾ ਕੇ ਲਿਆ ਹੈ, ਸਤਿਗੁਰਾਂ ਦੀ ਬੜੀ ਕਿਰਪਾ ਦੇ ਸਦਕਾ ਲਿਆ ਹੈ। ਇਸ ਖਾਲਸਾ ਰਾਜ ਨੂੰ ਦੇਖਿਓ ਕਦੇ ਢਾਹ ਨਾ ਲੱਗੇ। ਇੱਕ ਵੀ ਪੈੜ ਜੇ ਬਾਹਰੀ ਕਿਸੇ ਫੌਜ ਦਾ ਇਸ ਰਾਜ 'ਚ ਪਵੇਗਾ, ਮਾਨੋ ਕਿ ਮੇਰੀ ਛਾਤੀ 'ਚ ਸੁੰਬਾ ਉਹਨਾਂ ਨੇ ਗੱਡਿਆ ਹੋਵੇ। ਇਸ ਤਰ੍ਹਾਂ ਦੇ ਉਹਨਾਂ ਨੇ ਬਚਨ ਕਹੇ। ਫਿਰ ਸਾਧ ਸੰਗਤ ਜੀ ਜਿਸ ਤਰ੍ਹਾਂ ਰਾਜਾ ਖੜਕ ਸਿੰਘ ਨੂੰ ਆਪਣਾ ਟਿੱਕਾ ਜਿਸ ਤਰ੍ਹਾਂ ਘੋਸ਼ਿਤ ਕੀਤਾ ਗਿਆ, ਉਸ ਸਮੇਂ ਉੱਥੇ ਹੀ ਇਹਨਾਂ ਗਦਾਰਾਂ ਨੇ ਸਹੁੰ ਖਾਧੀ ਸੀ। ਧੰਨ ਸ਼੍ਰੀ ਗੁਰੂ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਤੇ ਜਿਸ ਤਰ੍ਹਾਂ ਮਹਾਰਾਜ ਜੀ ਇਹ ਧਿਆਨ ਸਿੰਘ ਡੋਗਰੇ ਆਦਿਕ ਨੇ ਮਹਾਰਾਜ ਜੀ ਆਪ ਜੀਆਂ ਦੀ ਸੇਵਾ ਵਿੱਚ ਰਹੇ ਹਾਂ, ਇਸੇ ਤਰ੍ਹਾਂ ਅੱਗੇ ਸੇਵਾ ਵਿੱਚ ਰਹਾਂਗੇ। ਅੱਜ ਵੀ ਸਾਧ ਸੰਗਤ ਜੀ ਇਹ ਰਾਜਨੀਤਿਕ ਰੋਗ ਕਿਸੇ ਦੇ ਸਕੇ ਨਹੀਂ ਹੁੰਦੇ। ਉਸੇ ਤਰ੍ਹਾਂ ਹੀ ਹਜੂਰ ਦੀ ਬਾਣੀ ਦੀ ਬੇਅਦਬੀ ਕਰਦੇ ਹਨ, ਪਰ ਸਾਡੀਆਂ ਵੀ ਭੁੱਲਾਂ ਹਨ। ਬਾਜਾਂ ਵਾਲੇ ਪਿਤਾ ਜੀਆਂ ਨੇ ਸਾਨੂੰ ਮਾਰਗ ਦਰਸਾਇਆ ਹੈ, ਦਿਖਾ ਦਿੱਤਾ ਸੀ ਹਜੂਰ ਨੇ। ਸਹੁੰ ਖਾਣ ਵਾਲੇ ਤੇ ਕਦੇ ਮੇਰਾ ਖਾਲਸਾ ਭਰੋਸਾ ਨਹੀਂ ਕਰੇਗਾ। ਐਸੀਆਂ ਜਦੋਂ ਅਸੀਂ ਵੀ ਅਣਗਹਿਲੀਆਂ ਕਰਦੇ ਹਾਂ, ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਮਹਾਰਾਜਾ ਰਣਜੀਤ ਸਿੰਘ ਜੀਆਂ ਦਾ ਫਿਰ ਜਿਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੇ ਦਿਨ ਬਰਸੀ ਮਨਾਈ ਜਾਂਦੀ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਜੇ ਅੱਜ ਹਾਲਤ ਦੇਖੀ ਜਾਵੇ,
ਜਿਹੜਾ ਐਜੂਕੇਸ਼ਨ ਸਿਸਟਮ ਸੀ, ਗੋਰੇ ਕਹਿੰਦੇ ਸੀ ਜੇ ਇਹਨਾਂ ਨੂੰ ਖਤਮ ਕਰਨਾ ਹੈ, ਇਹਨਾਂ ਦੇ ਪਾਸ ਸ਼ਸਤਰ ਤੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਬਹੁਤ ਸਟਰੋਂਗ ਹੈ। ਪਰ ਜੇ ਅੱਜ ਪੰਜਾਬ ਦੀ ਹਾਲਤ ਦੇਖੀ ਜਾਵੇ ਸਾਧ ਸੰਗਤ ਜੀ, ਐਜੂਕੇਸ਼ਨਲ ਸਿਸਟਮ ਦੀ ਤਾਂ ਕੀ ਗੱਲ ਕਰੀਏ, ਇਕਨੋਮਿਕਲੀ, ਫਿਜ਼ੀਕਲੀ, ਜੋਗ੍ਰਾਫੀਕਲੀ ਜੇ ਵੇਖਿਆ ਜਾਵੇ ਪੰਜਾਬ ਦਾ ਏਰੀਆ, ਪਾਣੀਆਂ ਦੀ ਗੱਲ ਕੀਤੀ ਜਾਵੇ, ਹਰੇਕ ਤਰਫ ਤੋਂ ਹੀ ਸਾਧ ਸੰਗਤ ਜੀ ਪੰਜਾਬ ਦੇ ਇਸ ਸੂਬੇ, ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਸੂਬਾ ਜਿਹਾ ਸੂਬੀ ਜੀ ਬਣਾ ਦਿੱਤਾ ਹੈ, ਇਤਿਆਦਿਕ ਇਹ ਗੋਰਿਆਂ ਦੀਆਂ ਚਾਲਾਂ ਹੁੰਦੀਆਂ ਹਨ। ਜਿਸ ਤਰ੍ਹਾਂ ਉਹ ਵਿਸ਼ਵ ਯੁੱਧਾਂ ਵਿੱਚ ਵਰਤਦੇ ਸਨ ਇੱਕ ਦੂਜੀ ਕਮਿਊਨਿਟੀ ਨੂੰ ਖਤਮ ਕਰਨ ਵਾਸਤੇ, ਸੈਂਸਰਸ਼ਿਪ, ਮੀਡੀਏ ਤੇ ਰੋਕ ਲਾ ਦੇਣੀ, ਉਹੀ ਦਿਖਾਉਣਾ ਅੱਗੇ ਜੋ ਉਹ ਚਾਹੁੰਦੇ ਹਨ। ਜੇ ਅੱਜ ਹਿੰਦੁਸਤਾਨ ਦੀਆਂ ਕਿਤਾਬਾਂ ਵਿੱਚ ਦੇਖਿਆ ਜਾਵੇ, ਹਰੇਕ ਬੱਚੇ ਨੂੰ ਸਾਧ ਸੰਗਤ ਜੀ ਕੀ ਪੜ੍ਹਾਇਆ ਜਾਂਦਾ ਹੈ। ਰਾਣੀ ਲਕਸ਼ਮੀ ਬਾਈ ਸਤਿਕਾਰਯੋਗ ਹਨ, ਜਿਸ ਤਰ੍ਹਾਂ ਉਹਨਾਂ ਨੇ ਦੁਸ਼ਮਣਾਂ ਦਾ ਟਾਕਰਾ ਕੀਤਾ ਹੈ ਸਭ ਨੂੰ ਪਤਾ ਹੈ। ਪਰ ਉੱਥੇ ਮਾਤਾ ਭਾਗ ਕੌਰ ਜੀਆਂ ਦੀਆਂ ਪੰਜਾਬ ਦੇ ਸਿਸਟਮ ਵਿੱਚ ਕੋਈ ਗੱਲ ਹੀ ਨਹੀਂ ਕੀਤੀ ਜਾਂਦੀ। ਬਾਜਾਂ ਵਾਲੇ ਪਿਤਾ ਜੀਆਂ ਨੂੰ ਦਰਸਾਇਆ ਜਾਂਦਾ ਹੈ, ਇਹ ਇੱਕ ਲੜਾਕੂ ਸਨ। ਉੱਥੇ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹਾਦਤ ਬਾਰੇ ਕਿਹਾ ਜਾਂਦਾ ਹੈ, ਹਜੂਰ ਬਾਜਾਂ ਵਾਲੇ ਪਿਤਾ ਜੀ ਜਿੱਥੇ ਫਰਮਾਉਂਦੇ ਹਨ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਹਜੂਰ ਨੇ ਤਿਲਕ ਤੇ ਜੰਜੂ ਦੀ ਰਾਖੀ ਖਾਤਰ ਮਹਾਰਾਜ ਜੀਆਂ ਨੇ ਆਪਣਾ ਸੀਸ ਦਿੱਤਾ ਹੈ। ਪਰ ਉੱਥੇ ਹਿੰਦੁਸਤਾਨ ਦੀਆਂ ਕਿਤਾਬਾਂ ਵਿੱਚ ਦਰਸਾਇਆ ਜਾਂਦਾ ਹੈ ਕਿਸੇ ਘਰੇਲੂ ਲੜਾਈ ਕਰਕੇ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਬਲੀਦਾਨ ਦਿੱਤਾ ਹੈ। ਇਹ ਸਾਧ ਸੰਗਤ ਜੀ ਕੰਟਰੋਲ ਔਨ ਐਜੂਕੇਸ਼ਨ, ਜਿਹੜਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਉਹਨਾਂ ਤੇ ਪਹਿਲਾਂ ਹੀ ਕੰਟਰੋਲ ਹੁੰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਆਪਣਾ ਇਤਿਹਾਸ ਕਿਤੇ ਨਹੀਂ ਪੰਜਾਬ ਦੀਆਂ ਕਿਤਾਬਾਂ ਵਿੱਚ ਸ਼ਾਨਾ ਮਤਾ ਪੜ੍ਹਾਇਆ ਜਾਂਦਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਾਨਾ ਮਤੀ ਇਤਿਹਾਸ, ਜਿਨ੍ਹੇ ਮੁਗਲਾਂ ਦਾ ਸਮਰਾਜ, ਜਿਨ੍ਹਾਂ ਨੇ ਸਭ ਜੜ੍ਹਾਂ ਤੋਂ ਪੱਟ ਦਿੱਤਾ ਹੈ। ਇਹ ਪਾਣੀਪਤ ਦੀਆਂ ਹਾਰੀਆਂ ਹੋਈਆਂ ਲੜਾਈਆਂ ਜਿਸ ਤਰ੍ਹਾਂ ਦਰਸਾਉਂਦੇ ਹਨ, ਉੱਥੇ ਹੀ ਮੀਡੀਏ ਵਿੱਚ ਕੀ ਦਿਖਾਇਆ ਜਾਂਦਾ ਹੈ ਇਹ ਤਾਂ ਆਪ ਨੂੰ ਪਤਾ ਹੀ ਹੈ। ਜੇ ਆਪਣੇ ਹੱਕਾਂ ਦੀ ਗੱਲ ਕੀਤੀ ਜਾਵੇ, ਉਹ ਇੰਟਰਨੈਟ ਤੋਂ ਚੀਜ਼ ਬੰਦ ਕਰ ਦਿੱਤੀ ਜਾਂਦੀ ਹੈ। ਪਰ ਜੇ ਅਸ਼ਲੀਲ ਚੀਜ਼ਾਂ ਤੇ ਕੋਈ ਰੋਕ ਨਹੀਂ ਹੈ ਪੰਜਾਬ ਦੀ ਧਰਤੀ ਤੇ। ਇਸੇ ਗੱਲ ਕਰਕੇ ਸਾਧ ਸੰਗਤ ਜੀ ਜੇ ਦੇਖਿਆ ਜਾਵੇ ਪੰਜਾਬ ਦਾ ਪਾਣੀ ਜਿੱਥੇ ਅੱਜ ਲੋੜ ਹੈ, ਇੰਨਾ ਸਮਾਂ ਨਹੀਂ ਕਿ ਇੱਥੇ ਜ਼ਿਕਰ ਕਰੀਏ। ਫਾਈਨਲ ਜਿਸ ਤਰ੍ਹਾਂ ਆਪਾਂ ਹੋਰ ਵੀ ਇੰਟਰਨੈਟ ਤੇ ਚੀਜ਼ਾਂ ਦੇਖਦੇ ਹਾਂ, ਫਾਈਨਲ ਅਸੌਲਟ ਇਤਿਆਦਿਕ ਵੀਡੀਓ ਜਿਸ ਤਰ੍ਹਾਂ ਪਈ ਹੈ, ਇਹ ਨਹਿਰਾਂ ਤੇ ਪੰਜਾਬ ਦੇ ਪਾਣੀਆਂ ਤੇ ਡਾਕੂਮੈਂਟਰੀ ਜ਼ਰੂਰ ਦੇਖਣੀ ਚਾਹੀਦੀ ਹੈ, ਜਿਸ ਵਿੱਚ ਦਰਸਾਇਆ ਹੈ ਪੰਜਾਬ ਨੂੰ ਤਾਂ ਥੋੜ੍ਹਾ ਜਿੰਨਾ ਪਾਣੀ ਵੀ ਨਹੀਂ ਮਿਲ ਰਿਹਾ, ਸਭ ਪਾਣੀ ਇਹ ਇੰਦਰਾ ਗਾਂਧੀ ਜਿਸ ਤਰ੍ਹਾਂ ਉਹ ਨਹਿਰਾਂ ਬਣਾਈਆਂ ਗਈਆਂ ਹਨ ਉਹਨਾਂ ਰਾਹੀਂ ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ ਹੈ। ਹਾਲਾਂਕਿ ਪਾਣੀਆਂ ਤੇ ਹੱਕ ਸਟੇਟ ਦਾ ਹੁੰਦਾ ਹੈ, ਪਰ ਸਾਧ ਸੰਗਤ ਜੀ ਇਹ ਹੱਕ ਖੋਹ ਲੈ ਗਏ ਹਨ ਪੰਜਾਬ ਤੋਂ ਪਹਿਲਾਂ ਹੀ। ਇਸੇ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, 20ਵੀਂ ਸਦੀ ਦੇ ਮਹਾਨ ਜਰਨੈਲ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮਰਦੇ ਮੁਜਾਹਿਦ ਮਹਾਂਪੁਰਸ਼ ਸਾਧ ਸੰਗਤ ਜੀ, ਇਹਨਾਂ ਸਾਡੇ ਹੱਕਾਂ ਵਾਸਤੇ ਹੀ ਲੜੇ ਸੀ। ਜੇ ਐਜੂਕੇਸ਼ਨ ਦੇ ਸਿਸਟਮ ਵਿੱਚ ਗੱਲ ਕੀਤੀ ਜਾਵੇ, ਉਹਨਾਂ ਮਹਾਂਪੁਰਸ਼ਾਂ ਨੂੰ ਵੀ ਇਹ ਭਾਰਤ ਦੇ ਸਰਕਾਰ ਸਾਧ ਸੰਗਤ ਜੀ ਜਿਸ ਤਰ੍ਹਾਂ ਅੱਤਵਾਦੀ ਕਹਿ ਕੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਉਹਨਾਂ ਦੀ ਇਮੇਜ ਬਣਾਉਣਾ ਚਾਹੁੰਦੀ ਹੈ, ਪਰ ਮਹਾਂਪੁਰਸ਼ਾਂ ਦਾ ਜੀਵਨ ਸਾਧ ਸੰਗਤ ਜੀ ਚੜ੍ਹਦੇ ਸੂਰਜ ਵਾਂਗ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ। ਮਹਾਰਾਜ ਜੀ ਕਿਰਪਾ ਕਰਨ, ਐਸਾ ਖਾਲਸਾ ਰਾਜ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਅਕਾਲ ਚਲਾਨਾ ਕਰਦੇ ਹਨ। ਕਵੀਆਂ ਨੇ ਲਿਖਿਆ ਹੈ, ਰੋਵੇ ਧਰਤ ਪੰਜਾਬ ਦੀ, ਕਹੇ ਹਾਏ ਸਰਦਾਰਾ। ਪੰਜਾਬ ਦੀ ਧਰਤੀ ਰੋਈ ਸੀ ਕਿਉਂਕਿ ਉਸ ਤੋਂ ਉਪਰੰਤ ਪੰਜਾਬ ਨੇ ਕਦੇ ਉਹ ਵਾਲਾ ਸੁੱਖ ਚੈਨ ਨਹੀਂ ਦੇਖਿਆ, ਐਸਾ ਹਲੀਮੀ ਦਾ ਰਾਜ, ਨਿਮਰਤਾ ਦਾ ਰਾਜ ਨਹੀਂ ਦੇਖਿਆ। ਸਤਿਗੁਰ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦਾ ਸਾਧ ਸੰਗਤ ਜੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮੁੜ ਆਈਏ ਆਪਣੇ ਘਰਾਂ ਨੂੰ, ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰੀਏ। ਪਤਾ ਲੱਗਦਾ ਹੈ ਫਿਰ ਅਸਲੀ ਸੁੱਖ ਤਾਂ ਮਨਾ ਇਸ ਵਿੱਚ ਸੀ। ਬਾਹਰ ਕਦੇ ਕਿੱਥੇ ਭਟਕਦੇ ਹਾਂ, ਕਦੇ ਕਿੱਥੇ ਭਟਕਦੇ ਹਾਂ ਸੁੱਖ ਦੇ ਵਾਸਤੇ। ਅਸਲੀ ਸੁੱਖ ਤਾਂ ਸਤਿਗੁਰ ਜੀ ਸਾਨੂੰ ਬਖਸ਼ ਗਏ ਹਨ।
ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਜ਼ਿਕਰ ਕੀਤਾ ਸੀ, ਅੱਜ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਵੀ ਸਾਧ ਸੰਗਤ ਜੀ ਸੱਚਖੰਡ ਗਮਨ ਦਿਵਸ ਹੈ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਜਿਨ੍ਹਾਂ ਬਾਬਤ ਹਜੂਰ ਲਿਖਦੇ ਹਨ, ਐਸੇ ਸੰਤਾਂ ਦੀ ਚਰਨ ਧੂੜ ਹੋ ਜਾਣਾ ਚਾਹੀਦਾ ਹੈ, ਐਸੇ ਸੰਤਾਂ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ। ਗੁਰਸਿੱਖਾ ਮਨ ਬਾਣੀ ਸਰੀਰ ਕਰਕੇ ਸੰਤ ਹਮਾਰੀ ਓਟ ਸਤਾਣੀ, ਕਿਉਂਕਿ ਸੰਤ ਆਸਰਾ ਦੇ ਦਿੰਦੇ ਹਨ ਇਸ ਸੰਸਾਰ ਤੋਂ ਨਿਕਲਣ ਦਾ। ਜੇ ਕਿਤੇ ਢੈਂਦੀ ਕਲਾ ਵਿੱਚ ਮਨ ਜਾਂਦਾ ਹੋਵੇ, ਥਾਪੜਾ ਦੇ ਦਿੰਦੇ ਹਨ, ਐਸੇ ਬਚਨ ਕਰ ਦਿੰਦੇ ਹਨ, ਮਨ ਨਾਮ ਵਿੱਚ ਟਿਕ ਜਾਂਦਾ ਹੈ। ਸੰਤ ਹਮਾਰਾ ਗਹਿਣਾ, ਐਸੇ ਗਹਿਣਿਆਂ ਦੀ ਨਿਆਈ ਸੰਤਾਂ ਨੂੰ ਮਣਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਐਸੇ ਮਹਾਂਪੁਰਸ਼ ਸਾਧ ਸੰਗਤ ਜੀ, ਗਿਰ ਗਿਰ ਮੈਂ ਮਾਣਕ ਨਾਹੀ, ਜਿਸ ਤਰ੍ਹਾਂ ਸਾਰ ਕਿਤਾਵਲੀ ਦੇ ਕਰਤਾ ਲਿਖਦੇ ਹਨ, ਹਰ ਇੱਕ ਪਹਾੜ ਦੇ ਵਿੱਚ ਮੋਤੀ ਨਹੀਂ ਹੁੰਦਾ, ਗੱਜ ਗੱਜ ਮੋਤੀ ਨਾਹੀ, ਭਾਵ ਹਰੇਕ ਪਹਾੜ ਵਿੱਚ ਹੀਰੇ ਨਹੀਂ ਹੁੰਦੇ, ਹਰੇਕ ਹਾਥੀ ਦੇ ਮਸਤਕ ਦੇ ਵਿੱਚ ਮੋਤੀ ਨਹੀਂ ਹੁੰਦਾ, ਚੰਦਨ ਤਨ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ, ਜਿੱਦਾਂ ਚੰਦਨ ਦੇ ਰੁੱਖ ਹਰੇਕ ਜਗ੍ਹਾ ਨਹੀਂ ਹੁੰਦੇ, ਐਸੇ ਮਹਾਂਪੁਰਸ਼ ਕਹਿੰਦੇ ਹਨ ਹਰੇਕ ਨਗਰ ਵਿੱਚ ਨਹੀਂ ਹੁੰਦੇ। ਵੱਡੇ ਭਾਗ ਇਸ ਧਰਤੀ ਦੇ ਜਾਗਦੇ ਹਨ ਜਦੋਂ ਐਸੇ ਮਹਾਂਪੁਰਸ਼ ਧਰਤੀ ਤੇ ਆਪਣਾ ਸਾਧ ਸੰਗਤ ਜੀ ਜਨਮ ਧਾਰਨ ਕਰਦੇ ਹਨ। ਆਓ ਸਾਧ ਸੰਗਤ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਜਿਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਸੇਵੀ ਜੀਆਂ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਵਰ ਬਖਸ਼ਿਆ ਸੀ, ਜਦੋਂ ਅਖਾੜੇ ਨਗਰ ਵਿੱਚ ਮਾਤਾ ਜੀਆਂ ਨੇ, ਮਾਤਾ ਸੇਵੀ ਜੀਆਂ ਨੇ ਹਜੂਰ ਦੀ ਸੇਵਾ ਕੀਤੀ ਸੀ, ਮਲਾਈ ਵਾਲਾ ਦੁੱਧ ਛਕਾਇਆ ਸੀ, ਹਜੂਰ ਨੇ ਬਖਸ਼ਿਸ਼ ਭਰੇ ਬਚਨ ਕਹੇ ਸੀ, ਆਪ ਜੀਆਂ ਦੀ ਕੁੱਲ ਵਿੱਚ ਐਸੇ ਮਹਾਂਪੁਰਸ਼ ਜਨਮ ਲੈਣਗੇ, ਵਿਦਿਆ ਦੇ ਧਨੰਤਰ ਹੋਣਗੇ, ਸਭ ਨੂੰ ਪੰਥ ਤੇ ਮਾਰਗ ਤੇ ਪਾਉਣਗੇ, ਬੇਅੰਤ ਖੁਸ਼ੀਆਂ ਬਖਸ਼ੀਆਂ। ਇਹ ਵਰ ਹਜੂਰ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਾਬਤ ਕਹੇ ਸੀ। ਆਓ ਸਾਧ ਸੰਗਤ ਜੀ, ਗੁਰਮੁਖ ਪ੍ਰਕਾਸ਼ ਦੇ ਵਿੱਚ ਜਿਸ ਤਰ੍ਹਾਂ ਸੰਤ ਜੀ ਆਪਣੀ ਸਵੈ ਜੀਵਨੀ ਥੋੜ੍ਹੀ ਜੀ ਲਿਖਦੇ ਹਨ, ਜਿਸ ਤਰ੍ਹਾਂ ਪਿਤਾ ਜੀਆਂ ਦਾ ਕੀ ਨੇਮ ਸੀ ਸੰਤਾਂ ਦੇ ਅਵਤਾਰ ਹੋਣ ਤੋਂ ਪਹਿਲਾਂ, ਮਾਤਾ ਜੀ ਕਿੰਨੇ ਪਾਠ ਕਰਿਆ ਕਰਦੇ ਸਨ, ਕਿ ਹੁਕਮਨਾਮਾ ਸਾਹਿਬ ਉਸ ਸਮੇਂ ਹਜੂਰ ਨੇ ਬਖਸ਼ਿਆ ਸੀ ਜਦੋਂ ਸੰਤਾਂ ਦਾ ਜਨਮ ਹੋਇਆ ਸੀ। ਆਓ ਸਾਧ ਸੰਗਤ ਜੀ ਉਹ ਸ਼ਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਤਾ ਰੂੜ ਸਿੰਘ ਜੀ ਬੁੱਧਵਾਨਾ। ਸੰਤ ਜੀ ਫਰਮਾਉਂਦੇ ਹਨ, ਪਿਤਾ ਰੂੜ ਸਿੰਘ ਜੀ ਬੁੱਧਵਾਨਾ, ਸਾਡੇ ਪਿਤਾ ਜੀ ਸਰਦਾਰ ਰੂੜ ਸਿੰਘ ਜੀ ਬੜੀ ਵਿਸ਼ਾਲ ਬੁੱਧੀ ਦੇ ਜੋ ਮਾਲਕ ਹਨ। ਨੌਕਰੀ ਕਰੀ ਭਾਵਨੀ ਭਾਨਾ, ਜਿਨ੍ਹਾਂ ਨੇ ਜੋ ਸਾਧ ਸੰਗਤ ਜੀ ਫੌਜ ਦੇ ਵਿੱਚ ਨੌਕਰੀ ਕੀਤੀ ਹੈ, ਬੜੀ ਹੀ ਭਾਵਨਾ ਤੇ ਸ਼ਰਧਾ ਧਾਰ ਕੇ ਸੱਚੇ ਸੁੱਚੇ ਦਿਲੋਂ ਨੌਕਰੀ ਕਰਦੇ ਹਨ। ਬ੍ਰਹਮਾ ਭਾਮੂ ਛਾਵਨੀ ਜਾਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਜੀ ਆਪਣੇ ਪਿਤਾ ਜੀ ਬਾਬਤ ਲਿਖਦੇ ਹਨ, ਬ੍ਰਹਮਾ ਭਾਮੂ ਛਾਵਣੀ ਜਾਏ। ਉਹ ਬ੍ਰਹਮਾ ਦੀ ਭੂਮੀ, ਬ੍ਰਹਮਾ ਦੀ ਛਾਉਣੀ ਵਿਖੇ ਉਹਨਾਂ ਦੀ ਜਿੱਥੇ ਡਿਊਟੀ ਸੀ। ਗ੍ਰੰਥੀ ਭਏ ਰਹੇ ਚਿਰਥਾਏ। ਕੀ ਡਿਊਟੀ ਕਰਦੇ ਸੀ? ਗ੍ਰੰਥੀ ਸਿੰਘ ਦੀ ਫੌਜ ਵਿੱਚ ਡਿਊਟੀ ਕਰਦੇ ਸੀ। ਚਿਰ ਸਮਾਂ ਉਹਨਾਂ ਨੇ ਉੱਥੇ ਨੌਕਰੀ ਕੀਤੀ ਹੈ। ਆਦਿ ਸਮਗੁਰ ਬਾਣੀ ਉਚਰੈ। ਮੁਖ ਤੋਂ ਸਦਾ ਹੀ ਆਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਪਾਠ ਕਰਦੇ ਹਨ। ਦਸਮ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਵੀ ਪਾਠ ਕਰਦੇ ਹਨ। ਕੋਠੇ ਕੰਠੇ ਪਾਠ ਰਾਤ ਦਿਨ ਕਰੈ। ਤੇ ਸਾਧ ਸੰਗਤ ਜੀ ਐਸੇ ਸੰਤਾਂ ਦਾ ਜਿਨ੍ਹਾਂ ਦੇ ਘਰ ਭਾਵ ਜਨਮ ਹੋਣਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਬਾਣੀ ਦੇ ਅਭਿਆਸੀ ਹਨ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦੇ ਅਭਿਆਸੀ ਹਨ ਤੇ ਲਿਖਦੇ ਹਨ, ਕੰਠੋ ਪਾਠ ਰਾਤ ਦਿਨ ਕਰੈ। ਕਿੰਨੀਆਂ ਹੀ ਬਾਣੀਆਂ ਉਹਨਾਂ ਨੂੰ ਕੰਠ ਹਨ ਤੇ ਰਾਤ ਦਿਨ ਹਜੂਰ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਨ। ਸੁਖਮਣੀ ਅਕਾਲ ਉਸਤਤ ਨਿਤਨੇਮਾ। ਸੁਖਮਣੀ ਸਾਹਿਬ, ਅਕਾਲ ਉਸਤਤ ਇਤਿਆਦਿਕ ਬਾਣੀਆਂ ਤਾਂ ਉਹਨਾਂ ਦੇ ਨਿਤਨੇਮ ਵਿੱਚ ਹਨ। ਪੜ੍ਹੈ ਚੀਤ ਦੇ ਦਾਤੀ ਛੇਮਾ। ਇਹ ਸਾਧ ਸੰਗਤ ਜੀ ਸੁੱਖਾਂ ਦੀ ਮਣੀ ਜੋ ਹਿਰਦੇ ਨੂੰ ਸੁੱਖ ਦਿੰਦੀ ਹੈ ਬਾਣੀ,
ਅਕਾਲ ਉਸਤਤ, ਜਿਸ ਵਿੱਚ ਹਜੂਰ ਨੇ ਸਾਧ ਸੰਗਤ ਜੀ ਉਸ ਕਾਲ ਪੁਰਖ ਵਾਹਿਗੁਰੂ ਜੀਆਂ ਦੀ ਬੇਅੰਤ ਉਸਤਤ ਕੀਤੀ ਹੈ। ਇਹ ਤਾਂ ਪੜ੍ਹਿਆ ਹੀ ਪਤਾ ਲੱਗਦਾ ਹੈ ਨਾ। ਹਜੂਰ ਕਿਹੜੇ ਵੇਗ ਵਿੱਚ ਲਿਖਦੇ ਜਾਂਦੇ ਹਨ। ਹਜੂਰ ਫਿਰ ਸਾਧ ਸੰਗਤ ਜੀ ਐਸਾ ਸਮਾਧਾ ਲੱਗਦਾ ਹੈ, ਉਚਾਰਨ ਕਰਦੇ ਜਾਂਦੇ ਹਨ, ਤੁਹੀ 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 ਤੁਹੀ। ਐਸੇ ਮਹਾਰਾਜ ਜੀ ਪ੍ਰੇਮ ਦੇ ਸਹਿਤ ਬਾਣੀ ਉਚਾਰਦੇ ਹਨ। ਇਹ ਸੰਤਾਂ ਦੇ ਪਿਤਾ ਜੀ ਹਰ ਰੋਜ਼ ਨਿਤਨੇਮ ਵਿੱਚ ਗੁਰਬਾਣੀਆਂ ਪੜ੍ਹਦੇ ਹਨ। ਮੂਲ ਮੰਤਰ ਗੁਰ ਮੰਤਰ ਸਿਮਰੈ। ਇਸ ਤੋਂ ਇਲਾਵਾ ਮੂਲ ਮੰਤਰ ਗੁਰ ਮੰਤਰ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਦੇ ਹਨ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀਸੀ ਸੱਚ ਤੱਕ ਇਹ ਸਾਧ ਸੰਗਤ ਜੀ ਮੂਲ ਮੰਤਰ ਦਾ ਅਭਿਆਸ ਕਰਦੇ ਹਨ। ਪ੍ਰੇਮ ਰੰਗ ਨਿਸ ਦਿਨ ਹੀ ਉਚਰੈ। ਰਾਤ ਦਿਨ ਇੱਕ ਪ੍ਰੇਮ ਦੇ ਰੰਗ ਵਿੱਚ ਇਹ ਸੰਤਾਂ ਦੇ ਸਾਧ ਸੰਗਤ ਜੀ ਜਿਨ੍ਹਾਂ ਦੇ ਘਰੇ ਐਸੇ ਮਹਾਂਪੁਰਸ਼ਾਂ ਦਾ ਅਵਤਾਰ ਹੋਣਾ ਹੈ, ਭਾਵ ਵਾਹਿਗੁਰੂ ਮਹਾਂਪੁਰਸ਼ਾਂ ਦਾ ਜਨਮ ਹੋਣਾ ਹੈ, ਇੱਕ ਪ੍ਰੇਮ ਰੰਗ ਦੇ ਵਿੱਚ ਮਹਾਂਪੁਰਸ਼ਾਂ ਦੇ ਪਿਤਾ ਜੀ ਇੰਨਾ ਗੁਰਬਾਣੀ ਦਾ ਪਾਠ ਕਰਦੇ ਹਨ। ਅੰਮ੍ਰਿਤ ਛਕ ਸਭ ਰਹਿਤ ਰਖਾਈ। ਅੰਮ੍ਰਿਤ ਛਕਿਆ ਸੀ ਤੇ ਸਭ ਰਹਿਣੀ ਬਹਿਣੀ ਕਹਿਣੀ ਦੇ ਵਿੱਚ ਪ੍ਰਪੱਖ ਸੀ। ਲੋਕ ਪ੍ਰੇਮ ਕਰਹਿ ਸੱਚ ਗਾਈ। ਤਾਂ ਸਦਾ ਹੀ ਲੋਕ ਵੀ ਇਹਨਾਂ ਨੂੰ ਬੜਾ ਪ੍ਰੇਮ ਕਰਦੇ ਹਨ, ਸਦਾ ਹੀ ਸੱਚ ਦੇ ਮਾਰਗ ਵਿੱਚ ਉੱਤੇ ਚੱਲਦੇ ਹਨ। ਇਹ ਸਾਧ ਸੰਗਤ ਜੀ ਜੇ ਅੱਜ ਦੇਖਿਆ ਜਾਵੇ, ਆਪਾਂ ਜੇ ਆਪਣੀ ਹਾਲਤ ਦੇਖੀਏ ਕੁਝ ਨਹੀਂ ਕਰਦੇ, ਪਰ ਪੁੱਤਰ ਚਾਹੀਦਾ ਹੈ। ਕਹਿੰਦੇ ਹਨ ਭਾਈ ਤਾਰੂ ਸਿੰਘ ਜੀ ਵਰਗਾ ਸਾਨੂੰ ਪੁੱਤਰ ਚਾਹੀਦਾ ਹੈ। ਜੇ ਆਪਣੀ ਹਾਲਤ ਦੇਖੀਏ, ਇੱਕ ਸੁਖਮਣੀ ਸਾਹਿਬ ਦਾ ਪਾਠ ਕਰਨਾ ਔਖਾ ਲੱਗਦਾ ਹੈ। ਫਿਰ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਫਰੀਦਾ ਲੋੜਾ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਬੀਜਦਾ ਤਾਂ ਕਿੱਕਰ ਦੇ ਬੀਜ ਹੈ ਬੰਦਾ, ਸਦਾ ਪਾਪ ਦੀ ਕਮਾਈ ਕਰਦਾ ਹੈ। ਉਹੀ ਗਾਂ ਧੀਆਂ ਪੁੱਤਰਾਂ ਨੂੰ ਛਕਾਉਂਦਾ ਹੈ ਤੇ ਕਹਿੰਦਾ ਹੈ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਖਾਣ ਨੂੰ ਮਿਲਣ। ਸਦਾ ਹੀ ਆਪਣੇ ਘਰਦਿਆਂ ਨੂੰ ਤੰਗ ਕੀਤਾ ਹੈ, ਚਾਹੁੰਦਾ ਹੈ ਪੁੱਤਰ ਤੋਂ ਸੁੱਖ ਮਿਲੇ। ਸਾਧ ਸੰਗਤ ਜੀ ਫਿਰ ਸੁੱਖ ਨਹੀਂ ਮਿਲਿਆ ਕਰਦੇ। ਐਸੀ ਕਮਾਈ ਕਰਦੇ ਹਨ ਉਹ ਜੀਵ ਜਿਹੜੇ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਐਸੀਆਂ ਰੂਹਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਸਦਾ ਸਦਾ ਤਿਕਰ ਇਹ ਸੰਸਾਰ ਯਾਦ ਰੱਖਦਾ ਹੈ ਕਿ ਇਹਨਾਂ ਨੇ ਸਾਰਾ ਜੀਵਨ ਸੰਸਾਰ ਦੇ ਕਲਿਆਣ ਵਾਸਤੇ ਬਤੀਤ ਕੀਤਾ ਹੈ। ਆਓ ਸਾਧ ਸੰਗਤ ਜੀ ਹੁਣ ਮਾਤਾ ਜੀ ਕੀ ਅਭਿਆਸ ਕਰਿਆ ਕਰਦੇ ਹਨ ਉਹ ਸ਼ਰਵਣ ਕਰਨਾ ਕਰੀਏ। ਆਨੰਦ ਕੌਰ ਪੀ ਅੰਮ੍ਰਿਤ ਪੀਆ। ਧੰਨ ਮਾਤਾ ਆਨੰਦ ਕੌਰ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਕੁੱਖ ਤੋਂ ਇਹ ਸੰਤਾਂ ਦਾ ਸਾਧ ਸੰਗਤ ਜੀ ਜਨਮ ਹੋਇਆ ਹੈ। ਆਨੰਦ ਕੌਰ ਪੀ ਅੰਮ੍ਰਿਤ ਪੀਆ, ਮਹਾਰਾਜ ਜੀਆਂ ਦਾ ਅੰਮ੍ਰਿਤ ਜਿਨ੍ਹਾਂ ਨੇ ਛਕਿਆ ਹੈ। ਰਹਿਤ ਰਾਖ ਗੁਰ ਮੰਤਰ ਲੀਆ। ਜਿਨ੍ਹਾਂ ਨੇ ਰਹਿਣੀ ਵਿੱਚ ਰਹਿੰਦੇ ਹਨ ਸਦਾ ਗੁਰ ਮੰਤਰ ਲੀਆ। ਜਦੋਂ ਅੰਮ੍ਰਿਤ ਛਕੀਏ ਪੰਜ ਪਿਆਰੇ ਸਾਧ ਸੰਗਤ ਜੀ ਉਦੋਂ ਗੁਰੂ ਮੰਤਰ ਦਿੰਦੇ ਹਨ। ਅੱਖਾਂ ਦੇ ਵਿੱਚ ਚੁਲੇ ਪਾਉਂਦੇ ਹਨ, ਸੀਸ ਤੇ ਚੁਲੇ ਪਾਉਂਦੇ ਹਨ, ਪਿੱਛੇ ਪਿੱਛੇ ਦਰੜਾਉਂਦੇ ਹਨ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਆਦਿਕ ਪਿੱਛੋਂ ਜਦੋਂ ਰਹਿਤ ਦਰੜਾਉਂਦੇ ਹਨ ਉਸ ਸਮੇਂ ਗੁਰੂ ਮੰਤਰ ਦਿੰਦੇ ਹਨ ਝੋਲੀ ਵਿੱਚ ਪਾ ਕੇ। ਵਾਹਿਗੁਰੂ ਗੁਰ ਮੰਤਰ ਮਾਤਾ ਜੀ ਸਦਾ ਜਪਦੇ ਹਨ। 25 ਪਾਠ ਸ੍ਰੀ ਜਪਜੀ ਕਰਤੀ। 25 ਪਾਠ ਸ੍ਰੀ ਜਪਜੀ ਕਰਤੀ। ਮਾਤਾ ਜੀਆਂ ਦਾ ਹਰ ਰੋਜ਼ ਦਾ ਨੇਮ ਹੈ ਸੰਤਾਂ ਦੇ ਜਨਮ ਤੋਂ ਪਹਿਲਾਂ 25 ਪਾਠ ਸ੍ਰੀ ਜਪਜੀ ਸਾਹਿਬ ਜੀਆਂ ਦੇ ਮਾਤਾ ਜੀ ਕਰਦੇ ਹਨ। 13 ਸਾਲ ਨੇਮ ਵਿੱਚ ਵਰਤੀ। ਐਸੇ ਸਾਧ ਸੰਗਤ ਜੀ 13 ਸਾਲਾਂ ਤੋਂ ਮਾਤਾ ਜੀ 25 ਪਾਠ ਸ੍ਰੀ ਜਪਜੀ ਸਾਹਿਬ ਦੇ ਹਰ ਰੋਜ਼ ਕਰਦੇ ਹਨ। ਪ੍ਰਤੀ ਵਰਤ ਧਰਮ ਪਾਲਿਓ ਦ੍ਰਿੜ ਜਾਹੂ। ਜਿਨ੍ਹਾਂ ਨੇ ਆਪਣੇ ਪ੍ਰਤੀਬੰਬ ਭਾਵ ਪ੍ਰਤੀਵਰਤਾ ਧਰਮ ਦੇ ਵਿੱਚ ਪ੍ਰਪੱਖ ਰਹੇ ਹਨ, ਆਪਣੇ ਪਤੀ ਤੋਂ ਸਿਵਾ ਹੋਰ ਕਿਸੇ ਨੂੰ ਜੋ ਪਤੀ ਵਰਤ ਜੋ ਸਾਧ ਸੰਗਤ ਜੀ ਇਸਤਰੀਆਂ ਆਪਣੇ ਧਰਮ ਵਿੱਚ ਪ੍ਰਪੱਖ ਹਨ, ਆਪਣੇ ਪਤੀ ਤੋਂ ਸਿਵਾ ਕਿਸੇ ਨੂੰ ਮਰਦ ਨਹੀਂ ਸਮਝਦੀਆਂ। ਐਸੀ ਮਾਤਾ ਆਨੰਦ ਕੌਰ ਜੀ ਸਦਾ ਹੀ ਪਤੀ ਵਰਤ ਧਰਮ ਵਿੱਚ ਪ੍ਰਪੱਖ ਹਨ। ਵੱਡੇ ਸੁਸ਼ੀਲ ਲੋਕੀ ਜਸ ਗਾਹੂ। ਤੇ ਬੜੇ ਹੀ ਸੁੰਦਰ ਹਨ ਮਾਤਾ ਜੀ, ਸੁਸ਼ੀਲ ਸੁਭਾਅ ਹੈ, ਮਿੱਠੇ ਹੀ ਬੋਲ ਜਦੋਂ ਮੁਖ ਤੋਂ ਉਚਾਰਦੇ ਹਨ। ਸਭ ਮਾਤਾ ਜੀਆਂ ਦੀ ਸਿਫਤ ਕਰਦੇ ਹਨ। ਰੂੜ ਸਿੰਘ ਬਹੁ ਸਾਲ ਬਿਤਾਈ। ਜਦੋਂ ਸਾਧ ਸੰਗਤ ਜੀ ਸੰਤਾਂ ਦੇ ਪਿਤਾ ਸਰਦਾਰ ਰੂੜ ਸਿੰਘ ਜੀ ਬੜਾ ਸਮਾਂ ਬੀਤ ਗਿਆ ਹੈ,
ਨਗਰ ਵਿਚੇ ਵਾਪਸ ਆਏ ਹਨ। ਬ੍ਰਹਮਾ ਤੇ ਆਇਓ ਘਰ ਥਾਈ। ਬ੍ਰਹਮਾ ਦੀ ਉਹ ਛਾਉਣੀ ਤੋਂ ਗ੍ਰੰਥੀ ਸਿੰਘ ਦੀ ਡਿਊਟੀ ਤੋਂ ਘਰ ਵਾਪਸ ਆਏ ਹਨ। ਘਰ ਮੇ ਸੁਖ ਸੋ ਦੰਪਤ ਵਸਾਏ। ਮਾਤਾ ਜੀਆਂ ਦੇ ਹਿਰਦੇ ਵਿੱਚ ਬੜੀ ਖੁਸ਼ੀ ਹੋਈ ਹੈ। ਇਹ ਸੰਤ ਸਾਧ ਸੰਗਤ ਜੀ ਆਪ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਹਨ, ਜਿਸ ਤਰ੍ਹਾਂ ਉਚਾਰਨ ਕਰਦੇ ਹਨ। ਪਤ ਕੀ ਸੇਵ ਕਰਤ ਮਨ ਲਾਏ। ਪਿਤਾ ਦੀ ਭਾਵ ਵਾਹਿਗੁਰੂ, ਪਤੀ ਦੀ ਸੇਵਾ ਮਾਤਾ ਜੀ ਬੜਾ ਮਨ ਲਾ ਕੇ ਕੀਤੀ ਹੈ। ਸੰਤ ਜੀਆਂ ਦੇ ਕਹਿਣ ਤੋਂ ਭਾਵ ਹੈ ਉਸ ਸਮੇਂ ਸਾਡਾ ਨਿਵਾਸ ਆਪਣੀ ਮਾਤਾ ਦੇ ਉਦਰ ਵਿਖੇ ਹੋ ਗਿਆ ਹੈ। 1959 ਮਾਹੀ। ਫਿਰ ਉਹ ਸਾਧ ਸੰਗਤ ਜੀ ਸਮਾਂ ਆਉਂਦਾ ਹੈ 1959 ਦਾ। ਫੱਗਣ ਸੰਗਰਾਂਦ ਬੁੱਧ ਦਿਨ ਆਹੀ। ਫੱਗਣ ਦੀ ਉਹ ਸੰਗਰਾਂਦ ਹੈ, ਬੁੱਧਵਾਰ ਦਾ ਦਿਨ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ, ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ। ਉਸ ਦਿਨ ਵੀ ਫੱਗਣ ਦੀ ਸੰਗਰਾਂਦ ਹੈ। ਫਲਗੁਣ ਫਲ ਦੀ ਦਾਤ ਬਖਸ਼ੀ ਹੈ ਹਜੂਰ ਨੇ। ਕਿਹੜੇ ਫਲ ਦੀ? ਫਲਗੁਣ ਆਨੰਦ। ਮਾਤਾ ਆਨੰਦ ਕੌਰ ਜੀਆਂ ਦੀ ਕੁੱਖ ਤੋਂ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ, ਐਸਾ ਫਲ ਬਖਸ਼ਿਆ ਹੈ। ਹਰੀ ਦੇ ਸੱਜਣ ਉਸ ਦਿਨ ਪ੍ਰਗਟ ਹੋਏ ਹਨ। ਭਾਵ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦਾ ਉਸ ਦਿਨ ਜਨਮ ਹੋਇਆ ਹੈ। 5 ਘੜੀ ਕੇ ਅੰਮ੍ਰਿਤ ਵੇਲੇ। ਅੰਮ੍ਰਿਤ ਵੇਲੇ ਦੇ ਹਜੇ 5 ਘੜੀਆਂ ਰਹਿੰਦੀਆਂ ਹਨ। ਜਨਮਿਓ ਬਾਲਕ ਭਾਉ ਸੁਹੇਲੇ। ਬਾਲਕ ਨੇ ਜਨਮ ਲਿਆ ਹੈ, ਬੜਾ ਭਾਉ ਤੇ ਸੁਹੇਲੇ ਸੁੰਦਰ ਬਾਲਕ ਹੈ, ਜਿਸ ਦੇ ਚਿਹਰੇ ਤੇ ਤੇਜ ਪ੍ਰਤਾਪ ਹੈ। ਰਾਏ ਇਸ਼ਨਾਨ ਬਾਲ ਕੇ ਤਬ ਹੀ। ਉਸ ਸਮੇਂ ਸਾਧ ਸੰਗਤ ਜੀ ਉਸ ਬਾਲਕ ਨੂੰ ਇਸ਼ਨਾਨ ਕਰਾਇਆ ਹੈ। ਸਾਹਿਬ ਕੌਰ ਲੈ ਆਈ ਚਬਹੀ। ਇਹ ਸੰਤਾਂ ਦੇ ਭੂਆ ਜੀ ਧੰਨ ਸਾਧ ਸੰਗਤ ਜੀ ਬੀਬੀ ਸਾਹਿਬ ਕੌਰ ਜੀ ਉਸੇ ਸਮੇਂ ਇਸ਼ਨਾਨ ਕਰਾ ਕੇ ਜਦੋਂ ਸੰਤਾਂ ਦਾ ਜਨਮ ਹੋਇਆ, ਸਭ ਰਹੁ ਰੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਖਾਲਸੇ ਦੀ ਮਰਿਆਦਾ ਅਨੁਸਾਰ ਕੀਤੀਆਂ ਗਈਆਂ ਹਨ। ਗੁਰਦੁਆਰਾ ਗੁਰੂ ਗ੍ਰੰਥ ਅਗਾਰੀ। ਜਨਮ ਸੰਸਕਾਰ ਜਿਸ ਤਰ੍ਹਾਂ ਹੁੰਦਾ ਹੈ, ਗੁਰਦੁਆਰੇ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਪਾਸ ਬਾਲਕ ਭਾਵ ਸੰਤਾਂ ਨੂੰ ਲੈ ਕੇ ਆਇਆ ਗਿਆ। ਭੇਟ ਗੁਰ ਚਰਨ ਮਝਾਰੀ। ਆਪ ਜੀਆਂ ਨੂੰ ਗੁਰੂ ਜੀਆਂ ਦੀ ਚਰਨ ਤੇ ਇਸ ਤਰ੍ਹਾਂ ਮਾਨੋ ਕਿ ਮਸਤਕ ਟਿਕਾਇਆ ਹੈ ਕਿ ਭਾਵ ਗੁਰੂ ਸਾਹਿਬ ਨੇ ਆਪਣੀ ਭੇਟਾ ਆਪੇ ਹੀ ਪ੍ਰਵਾਨ ਕਰ ਲਈ ਹੋਵੇ। ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਲੈ ਕੇ ਆਂਦਾ ਗਿਆ। ਕਾਹਨ ਸਿੰਘ ਅੰਮ੍ਰਿਤ ਸੰਸਕਾਰਾ। ਉਸ ਸਮੇਂ ਇਹਨਾਂ ਦੇ ਤਾਇਆ ਕਾਹਨ ਸਿੰਘ ਜੀ, ਜਿਨ੍ਹਾਂ ਨੇ ਭਾਵ ਅੰਮ੍ਰਿਤ ਸੰਸਕਾਰਾ ਭਾਵ ਸਾਧ ਸੰਗਤ ਜੀ ਜੋ ਬਚਪਨ ਦੇ ਸੰਸਕਾਰ ਹਨ ਜੋ ਖਾਲਸੇ ਦੇ, ਜਿਸ ਤਰ੍ਹਾਂ ਤਾਇਆ ਕਾਹਨ ਸਿੰਘ ਜੀਆਂ ਨੇ ਅੰਮ੍ਰਿਤ ਸੰਸਕਾਰ, ਉਹ ਸਾਧ ਸੰਗਤ ਜੀ ਅੰਮ੍ਰਿਤ ਤਿਆਰ ਕਰਕੇ ਜਿਸ ਤਰ੍ਹਾਂ ਬਾਲਕ ਦੇ ਮੂੰਹ ਵਿੱਚ ਕੁਝ ਬੂੰਦਾਂ ਪਾਈਆਂ ਜਾਂਦੀਆਂ ਹਨ ਸ੍ਰੀ ਸਾਹਿਬ ਨਾਲ, ਇਹਨਾਂ ਦੇ ਤਾਇਆ ਜੀਆਂ ਨੇ ਉਹ ਸਭ ਅੰਮ੍ਰਿਤ ਦਾ ਸੰਸਕਾਰ ਕੀਤਾ ਹੈ। ਬਾਲਕ ਮੁਖ ਪਾਇਓ ਹਿਤ ਧਾਰਾ। ਬਾਲਕ ਦੇ ਮੁਖ ਵਿੱਚ ਪਾਈਆਂ ਹਨ। ਬਾਲਕ ਦਾ ਮੁਖ ਕੈਸਾ ਹੈ? ਹਿਤ ਧਾਰਾ। ਮਾਨੋ ਕਿ ਬਾਲਕ ਨੂੰ ਪਹਿਲਾਂ ਹੀ ਅੰਮ੍ਰਿਤ ਦੀ ਪਿਆਸ ਲੱਗੀ ਹੋਵੇ। ਕਰ ਪ੍ਰਸਾਦ ਅਰਦਾਸ ਉਚਾਰੀ। ਫਿਰ ਪ੍ਰਸਾਦ ਤਿਆਰ ਕੀਤਾ ਹੈ। ਹਜੂਰ ਦੀ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਅਰਦਾਸ ਹੋਈ ਹੈ। ਸ੍ਰੀ ਮੁਖ ਵਾਕ ਲਿਓ ਸੁਖ ਧਾਰੀ। ਉਸ ਸਮੇਂ ਹਜੂਰ ਅੱਗੇ ਅਰਦਾਸ ਕੀਤੀ ਸੀ, ਹਜੂਰ ਆਪ ਜੀਆਂ ਦੀ ਕਿਰਪਾ ਦੁਆਰਾ ਘਰ ਦੇ ਵਿੱਚ ਮਹਾਰਾਜ ਜੀ ਪੁੱਤਰ ਦਾ ਜਨਮ ਹੋਇਆ ਹੈ। ਕਿਰਪਾ ਕਰਕੇ ਹਜੂਰ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਜੀ ਹੁਕਮਨਾਮਾ ਸਾਹਿਬ ਬਖਸ਼ਣਾ ਕਰੋ। ਬਖਸ਼ਿਓ ਸਤਿਗੁਰ ਇਹ ਮੁਖ ਵਾਕਾ। ਇਹ ਸਾਧ ਸੰਗਤ ਜੀ ਫਿਰ ਮੁਖ ਵਾਕ ਜੋ ਸਤਿਗੁਰਾਂ ਜੀਆਂ ਨੇ ਬਖਸ਼ਿਆ ਹੈ। ਮੇਲ ਲਿਓ ਨਿਜ ਚਰਨ ਅਥਾਕਾ। ਮਹਾਰਾਜ ਜੀਆਂ ਨੇ ਮਾਨੋ ਕਿ ਜਨਮ ਲੈਂਦਿਆਂ ਹੀ ਆਪਣੇ ਚਰਨਾਂ ਨਾਲ ਸੰਤਾਂ ਨੂੰ ਮੇਲ ਲਿਆ ਹੋਵੇ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੇ ਵਿੱਚ ਮਹੱਲਾ ਪੰਜਵਾਂ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ ਕਿਰਪਾ ਦ੍ਰਿਸ਼ਟ ਕੇ ਸਾਥ। ਜਿਸ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੀ ਮਹਾਰਾਜ ਜੀਆਂ ਨੇ ਹੁਕਮਨਾਮਾ ਸਾਹਿਬ ਮਹਾਰਾਜ ਜੀਆਂ ਨੇ ਸੰਗਤਾਂ ਨੂੰ ਸੁਣਾ ਕੇ ਮਾਨੋ ਕਿ ਵਰਖਾ ਕੀਤੀ ਹੋਵੇ। ਗੁਰਪੂਰਾ ਭੇਟਿਓ ਵੱਡ ਭਾਗੀ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਗੁਰਪੂਰਾ ਭੇਟਿਓ ਵੱਡ ਭਾਗੀ। ਹਜੂਰ ਫਰਮਾਉਂਦੇ ਹਨ ਵੱਡੇ ਭਾਗਾਂ ਦੇ ਨਾਲ
ਗੁਰ ਪੂਰੇ ਦੀ ਸੰਗਤ ਮਿਲੀ ਹੈ। ਮਨਹਿ ਭਇਆ ਪਰਗਾਸਾ। ਮਨ ਦੇ ਵਿੱਚ ਮਾਨੋ ਕਿ ਸੰਤਾਂ ਦੇ ਅਵਤਾਰ ਹੋਣ ਦੇ ਨਾਲ ਹਜੂਰ ਨੇ ਵੱਡੇ ਭਾਗ ਜਾਗੇ ਹਨ ਇਹਨਾਂ ਦੇ ਘਰ ਦੇ, ਜੋ ਸਤਿਗੁਰਾਂ ਦੇ ਪੂਰੇ ਨੇ ਆਪਣੇ ਨਾਲ ਲਾਇਆ ਹੈ। ਤੇ ਅੱਗੇ ਹਜੂਰ ਨੇ ਕਿਹਾ ਹੈ ਮਨਹਿ ਭਇਆ ਪਰਗਾਸਾ, ਮਨ ਦੇ ਵਿੱਚ ਤਾਂ ਬਹੁਤਾ ਆਨੰਦ ਹੋਇਆ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ। ਜਿਸ ਅਵਸਥਾ ਤੇ ਇਹ ਪਹੁੰਚ ਜਾਣਗੇ ਹੋਰ ਕੋਈ ਉੱਥੇ ਨਹੀਂ ਪਹੁੰਚ ਸਕਦਾ। ਆਪਣੇ ਸਾਹਿਬ ਕਾ ਪਰਵਾਸਾ। ਇਹ ਆਪਣੇ ਸਾਹਿਬ ਕਾ ਪਰਵਾਸਾ। ਸਤਿਗੁਰਾਂ ਨੇ ਸਾਧ ਸੰਗਤ ਜੀ ਐਸਾ ਹੁਕਮਨਾਮਾ ਸਾਹਿਬ ਆਇਆ ਹੈ। ਫਿਰ ਜਿਸ ਤਰ੍ਹਾਂ ਖਾਲਸਾ ਜਦੋਂ ਸਾਧ ਸੰਗਤ ਜੀ ਬੱਚੇ ਦਾ ਜਨਮ ਸੰਸਕਾਰ ਕਰੀਏ, ਉਸ ਸਮੇਂ ਹਜੂਰ ਦੀ ਹਜੂਰੀ ਵਿੱਚ ਆ ਕੇ ਸ੍ਰੀ ਹੁਕਮਨਾਮਾ ਸਾਹਿਬ ਹਜੂਰ ਤੋਂ ਜੋ ਪ੍ਰੇਮ ਵਾਲੀਆਂ ਰੂਹਾਂ ਹਨ, ਜਿਸ ਤਰ੍ਹਾਂ ਜਨਮ ਸੰਸਕਾਰ ਕਰਦੀਆਂ ਹਨ, ਹਜੂਰ ਦਾ ਜੋ ਹੁਕਮਨਾਮਾ ਸਾਹਿਬ ਆਉਂਦਾ ਹੈ ਉਸ ਦੇ ਪਹਿਲੇ ਅਕਸ਼ਰ ਤੋਂ ਉਹ ਆਪਣਾ ਨਾਮ ਰੱਖਦੇ ਹਨ। ਇੱਥੇ ਹਜੂਰ ਨੇ ਬਖਸ਼ਿਆ ਸੀ ਗੁਰ ਪੂਰਾ ਭੇਟਿਓ ਵਡਭਾਗੀ, ਗੱਗਾ ਗੁਰ ਤੋਂ ਸ਼ਬਦ ਆਇਆ ਹੈ। ਜਿਸ ਤਰ੍ਹਾਂ ਫਿਰ ਸੰਤਾਂ ਦਾ ਨਾਮਕਰਨ ਹੁੰਦਾ ਹੈ। ਦੋਹਰਾ ਗੁਰਬਚਨ ਸਿੰਘ ਸ਼ੁਭ ਨਾਮ ਰੱਖ, ਹੋਏ ਸਰਬ ਆਨੰਦ। ਗੱਗੇ ਅੱਖਰ ਤੋਂ ਗੁਰਬਚਨ ਸਿੰਘ ਜੀ ਸ਼ੁਭ ਨਾਮ ਸੁੰਦਰ ਨਾਮ ਰੱਖਿਆ ਹੈ, ਹੋਏ ਸਰਬ ਆਨੰਦ। ਸਾਰੇ ਸੰਤਾਂ ਦਾ ਨਾਮ ਸੁਣ ਕੇ ਬੜਾ ਖੁਸ਼ ਹੋਏ ਹਨ। ਕੀਰਤਨ ਮਿਲ ਗੁਣ ਗਾਵਹੀ, ਕਰਿਓ ਪਾਠ ਸੁਖ ਕੰਦ। ਤਾਂ ਸਾਧ ਸੰਗਤ ਜੀ ਘਰ ਦੇ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚੱਲੇ ਹਨ। ਕਰਿਓ ਪਾਠ ਸੁਖ ਕੰਦ, ਸੁੱਖਾਂ ਦੇ ਕੰਦ ਜਿੱਦਾਂ ਮਾਨੋ ਕਿ ਕਮਲ ਹੀ ਖਿੜਿਆ ਹੋਵੇ, ਸਭ ਦੇ ਹਿਰਦੇ ਨੂੰ ਸੁਖ ਮਿਲ ਰਿਹਾ ਹੈ। ਅੰਮ੍ਰਿਤ ਬਾਣੀ ਦੇ ਘਰ ਦੇ ਵਿੱਚ ਪ੍ਰਵਾਹ ਛੁੱਟੇ ਹਨ। ਜੋ ਪਈ ਮਾਤ ਪਿਤਾ ਆਨੰਦਤ ਭਏ, ਮਾਤਾ ਪਿਤਾ ਦੇ ਹਿਰਦੇ ਦੇ ਵਿੱਚ ਬੜਾ ਹੀ ਆਨੰਦ ਹੋਇਆ ਹੈ। ਸੰਗਤ ਪ੍ਰਸਾਦ ਦਾਨ ਨਿਤ ਕਏ। ਸੰਤਾਂ ਨੇ ਸਾਧ ਸੰਗਤ ਜੀ ਮਾਤਾ ਪਿਤਾ ਜੀਆਂ ਨੇ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਹੈ। ਹੋਰ ਵੀ ਜੋ ਘਰ ਵਿੱਚ ਆਏ ਹਨ ਦਾਨ ਪੁੰਨ ਬਹੁਤ ਕੀਤਾ ਹੈ। ਕਰ ਪ੍ਰਤਪਾਲ ਪ੍ਰੇਮ ਸੇ ਪਿਖਿਆ। ਤਾਂ ਉਸ ਸਮੇਂ ਸਾਧ ਸੰਗਤ ਜੀ ਬੜੇ ਪ੍ਰੇਮ ਦੇ ਨਾਲ ਪ੍ਰਤਪਾਲਨਾ ਕੀਤੀ ਹੈ ਸੰਤਾਂ ਦੀ। ਇਸੇ ਤਰ੍ਹਾਂ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਸੰਤਾਂ ਨੂੰ ਸਭ ਕੋਈ ਤੱਕਦਾ ਹੈ। ਦੇਵਤ ਅਨੇਕ ਭਾਂਤ ਕੀ ਸਿੱਖਿਆ। ਤੇ ਸਾਧ ਸੰਗਤ ਜੀ 13 ਦਿਨਾਂ ਦੀ ਆਯੂ ਸੀ ਜਿਸ ਸਮੇਂ ਸੰਤਾਂ ਦੇ ਮਾਤਾ ਜੀ ਜੇਕਰ ਆਉਂਦਾ ਹੈ ਅਕਾਲ ਚਲਾਨਾ ਕਰ ਜਾਂਦੇ ਹਨ। ਉਸ ਸਮੇਂ ਜਿਸ ਤਰ੍ਹਾਂ ਫਿਰ ਸਾਧ ਸੰਗਤ ਜੀ ਸੰਤਾਂ ਦੀ ਉਹਨਾਂ ਦੇ ਭੂਆ ਜੀ ਤੇ ਉਹਨਾਂ ਦੇ ਦਾਦੀ ਜੀ ਜਿਸ ਤਰ੍ਹਾਂ ਸੰਤਾਂ ਦੀ ਪ੍ਰਤਪਾਲਨਾ ਕਰਦੇ ਹਨ, ਤਾਇਆ ਕਾਹਨ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਵਿਦਿਆ ਦੇ ਧਨੰਤਰ ਸਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਇੱਕ ਨਾਲ ਪਾਠੀ ਬਿਠਾ ਕੇ ਸਾਈਡ ਤੇ ਬੈਠੇ ਸਾਰਾ ਭੋਗ ਕੰਠਿਓਂ ਹੀ ਪੜ੍ਹ ਦਿਆ ਕਰਦੇ ਸਨ। ਇੰਨੀ ਗੁਰਬਾਣੀ ਕੰਠ ਸੀ ਅਤੇ ਸਾਧ ਸੰਗਤ ਜੀ ਰਾਗ ਵਿਦਿਆ ਦੇ ਧਣੀ ਸਨ। ਮਾਨੋ ਕਿ ਸੰਤਾਂ ਨੂੰ ਘਰ ਦੇ ਵਿੱਚੋਂ ਹੀ ਉਹ ਸਭ ਗੁੜਤੀ ਅੰਮ੍ਰਿਤ ਦੀ ਪ੍ਰਾਪਤ ਹੋਈ ਹੋਵੇ। ਇਸ ਤਰ੍ਹਾਂ ਜਿਸ ਤਰ੍ਹਾਂ ਸੰਤ ਜੀ ਉਚਾਰਨ ਕਰਦੇ ਹਨ, ਕਰ ਪ੍ਰਤਪਾਲ ਪ੍ਰੇਮ ਸੇ ਪਿਖਿਆ। ਬੜੀ ਪ੍ਰਤਪਾਲਨਾ ਕੀਤੀ ਹੈ ਸਾਡੇ ਘਰਦਿਆਂ ਨੇ ਤੇ ਬੜੇ ਪ੍ਰੇਮ ਨਾਲ ਸਭ ਨੇ ਸਾਨੂੰ ਤੱਕਿਆ ਹੈ। ਦੇਵਤ ਅਨੇਕ ਭਾਂਤ ਕੀ ਸਿੱਖਿਆ। ਸਾਨੂੰ ਭਾਂਤ ਭਾਂਤ ਦੀਆਂ ਸਿੱਖਿਆ ਜਿਸ ਤਰ੍ਹਾਂ ਘਰ ਦੇ ਵਿੱਚੋਂ ਹੀ ਮਿਲੀਆਂ ਹਨ। 5 ਬਰਸ ਕੋ ਬਾਲਕ ਭਇਓ। ਜਿਸ ਸਮੇਂ 5 ਸਾਲ ਦੀ ਸਾਧ ਸੰਗਤ ਜੀ ਸੰਤਾਂ ਦੀ ਆਯੂ ਹੋਈ ਹੈ, ਗੁਰਮੁਖੀ ਵਿਦਿਆ ਮੈਂ ਹਿਤ ਦਿਓ। ਉਸ ਸਮੇਂ ਗੁਰਮੁਖ ਵਿਦਿਆ ਦੇ ਵਿੱਚ ਹਿਤ ਦਿਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਪੜ੍ਹਨ ਵੱਲ ਪ੍ਰੇਮ ਲੱਗਾ ਹੈ, ਹਿੱਤ ਲੱਗਾ ਹੈ, ਹਿਰਦੇ ਦੇ ਵਿੱਚ ਪਿਆਸ ਉੱਠੀ ਹੈ। ਕਰ ਅਰਦਾਸ ਗੁਰੂ ਗ੍ਰੰਥ ਅਗਾਰੀ। ਉਸ ਸਮੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਅਰਦਾਸ ਕੀਤੀ ਹੈ। ਜਿਸ ਤਰ੍ਹਾਂ ਹਜੂਰ ਨੇ ਸਾਧ ਸੰਗਤ ਜੀ 101 ਅਰਦਾਸਾਂ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਨੇ ਦਰਸਾਈਆਂ ਹਨ, ਬੱਚੇ ਦੇ ਜਨਮ ਲੈਣ ਤੋਂ ਲੈ ਕੇ ਅੰਤਮ ਅਰਦਾਸ ਤਿਕਰ। ਜਿਸ ਸਮੇਂ ਕੋਈ ਘੋੜ ਸਵਾਰੀ ਵੀ ਸਿੱਖਣੀ ਹੈ, ਭਾਵ ਜਿੱਦਾਂ ਅੱਜ ਕੱਲ੍ਹ ਮੋਟਰ ਗੱਡੀਆਂ ਸਿੱਖਦੇ ਹਾਂ, ਉਦੋਂ ਵੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਨੀ ਹੈ। ਜਦੋਂ ਵਿਦਿਆ ਪੜ੍ਹਨ ਜਾਂਦਾ ਹੈ ਬੱਚਾ, ਸਤਿਗੁਰਾਂ ਅੱਗੇ ਅਰਦਾਸ ਕਰਦੇ ਹਨ ਜਿਹਦੇ ਗੁਰਸਿੱਖ ਮਾਪੇ ਹਨ। ਇਸੇ ਤਰ੍ਹਾਂ ਜਦੋਂ ਸੰਥਿਆ ਲੈਣ ਲੱਗੇ ਹਨ ਸੰਤ ਜੀ, ਸਤਿਗੁਰਾਂ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਗਈ ਹੈ। ਗੁਰਮੁਖੀ ਵਿਦਿਆ ਮੈਂ ਹਿਤ ਦਿਓ। ਉਸ ਸਮੇਂ ਗੁਰਮੁਖੀ ਵਿਦਿਆ ਦੇ ਵਿੱਚ ਹਿੱਤ ਦਿੱਤਾ ਹੈ। ਇਸ ਤੋਂ ਅੱਗੇ ਆਪਾਂ ਸਾਧ ਸੰਗਤ ਜੀ ਸਮਾਂ ਹੋ ਗਿਆ ਹੈ। ਜਿਸ ਤਰ੍ਹਾਂ ਫਿਰ ਸੰਤ ਜੀਆਂ ਦਾ ਅੱਜ ਸਾਧ ਸੰਗਤ ਜੀ 15 ਹਾੜ ਵਾਲੇ ਦਿਨ ਸੱਚਖੰਡ ਗਮਨ ਕੀਤਾ ਹੈ ਸੰਤਾਂ ਨੇ।
ਉਹਨਾਂ ਦੇ ਨਾਲ ਹੀ ਉਹਨਾਂ ਦੇ ਗੜਵਈ ਅੱਜ ਸਾਧ ਸੰਗਤ ਜੀ ਭਾਈ ਗੁਰਮੁਖ ਸਿੰਘ ਜੀ, ਜਿਨ੍ਹਾਂ ਨੂੰ ਭਾਈ ਗੁਰਮੁਖ ਸਿੰਘ ਉੜੀਸਾ ਕਿਹਾ ਜਾਂਦਾ ਹੈ, ਉੜੀਸਾ ਪ੍ਰਾਂਤ ਦੇ ਇਹ ਰਹਿਣ ਵਾਲੇ ਹਨ। ਭਾਈ ਗੁਰਮੁਖ ਸਿੰਘ ਜੀ ਜਿਨ੍ਹਾਂ ਨੇ ਸੰਤਾਂ ਦੀ ਉਹ ਸਾਧ ਸੰਗਤ ਜੀ ਚਿਖਾ ਦੇ ਉੱਪਰ ਛਾਲ ਮਾਰ ਕੇ ਪਤੰਗੇ ਦੀ ਰੀਤੀ ਨੂੰ ਫਿੱਕਿਆਂ ਪਾ ਦਿੱਤਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਕੱਲ ਨੂੰ ਸ਼ਰਵਣ ਕਰਾਂਗੇ ਭਾਈ ਗੁਰਮੁਖ ਸਿੰਘ ਜੀ ਕਿਸ ਤਰ੍ਹਾਂ ਸੰਤਾਂ ਨਾਲ ਪ੍ਰੇਮ ਕਰਿਆ ਕਰਦੇ ਸਨ। ਜਿਸ ਸਮੇਂ ਜਥੇ ਵਿੱਚ ਰਹੇ ਹਨ, ਆਪਣਾ ਟਰੰਕ, ਆਪਣੇ ਤਨ ਵਾਲੇ ਬਸਤਰ ਜੋ ਪੋਥੀਆਂ ਸਨ, ਸੰਤਾਂ ਦੇ ਪਾਸ ਆ ਕੇ ਕਹਿੰਦੇ ਹਨ, ਮਹਾਂਪੁਰਸ਼ੋ ਮੈਂ ਆਪ ਜੀਆਂ ਨੂੰ ਇਹ ਸਭ ਕੁਝ ਦੇ ਰਿਹਾ ਹਾਂ। ਸੰਤਾਂ ਨੇ ਅਰਦਾਸ ਕੀਤੀ ਸੀ, ਬਾਜਾਂ ਵਾਲੇ ਪਿਤਾ ਜੀ ਇਹ ਆਪ ਜੀਆਂ ਦਾ ਸਿੱਖ ਸਾਨੂੰ ਸਰਬੰਸ ਦਾਨ ਕਰ ਰਿਹਾ ਹੈ। ਭਾਈ ਗੁਰਮੁਖ ਸਿੰਘ ਨੇ ਆਖਿਆ ਸੀ, ਮਹਾਂਪੁਰਸ਼ੋ ਮੈਂ ਤੁਹਾਨੂੰ ਸਰਬੰਸ ਦਾਨ ਕਰ ਰਿਹਾ ਹਾਂ। ਨਾਲ ਦੇ ਸਿੰਘ ਹੱਸੇ ਸਨ, ਬੈਠ ਕੇ ਕੂਣੀਆਂ ਮਾਰਨ ਇੱਕ ਦੂਜੇ ਨੂੰ, ਇਹ ਕੀ ਕਹਿ ਰਿਹਾ ਹੈ। ਸੰਤਾਂ ਨੇ ਕਿਹਾ ਸੀ, ਭਾਈ ਇਸ ਨੇ ਮੈਂ ਛੱਡ ਦਿੱਤੀ ਹੈ, ਕਿਉਂਕਿ ਸਿੱਖਾਂ ਨੇ ਕਿਹਾ ਸੀ, ਮਹਾਂਪੁਰਸ਼ੋ ਇਹ ਚੀਜ਼ਾਂ ਤਾਂ ਤੁਸੀਂ ਦਿੱਤੀਆਂ ਹਨ, ਤੁਹਾਨੂੰ ਵਾਪਸ ਕਰ ਰਿਹਾ ਹੈ। ਮਹਾਂਪੁਰਸ਼ਾਂ ਨੇ ਕਿਹਾ ਸੀ, ਇਸ ਨੇ ਆਪਣੀ ਮੈਂ ਵੀ ਸਾਨੂੰ ਦੇ ਦਿੱਤੀ ਹੈ, ਸਭ ਕੁਝ ਇਸ ਨੇ ਦੇ ਦਿੱਤਾ ਹੈ। ਸਰਬਸ ਦਾਨ ਭਾਵ ਸਰਬੰਸ ਹੀ ਦਾਨ ਕਰ ਦਿੱਤਾ ਹੈ। ਅਰਦਾਸ ਕੀਤੀ ਸੀ, ਮਹਾਰਾਜ ਜੀ ਤੁਹਾਡੇ ਨਾਲ ਤੋੜ ਨਿਭ ਜਾਵੇ। ਉਸ ਸਮੇਂ ਸਾਧ ਸੰਗਤ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨ ਹਨ। ਜਿਸ ਸਮੇਂ ਭਾਈ ਗੁਰਮੁਖ ਸਿੰਘ ਉੜੀਸਾ ਸੰਤਾਂ ਦੀ ਚਿਖਾ ਤੇ ਛਾਲ ਮਾਰਦਾ ਹੈ, ਸੰਤਾਂ ਨੇ ਜਕਾਰਾ ਛੱਡ ਕੇ ਕਿਹਾ ਸੀ, ਭਾਈ ਗੁਰਮੁਖ ਸਿੰਘ ਸੰਤਾਂ ਦੇ ਨਾਲ ਗੜਵਈ ਬਣ ਕੇ ਸੱਚਖੰਡ ਨੂੰ ਚਲੇ ਗਿਆ ਹੈ। ਐਸੇ ਪ੍ਰੇਮ ਵਾਲੇ ਗੁਰਸਿੱਖ ਹਨ। ਕੱਲ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਆਪ ਮਹਾਰਾਜ ਜੀ ਕਿਰਪਾ ਕਰਨ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਐਸੇ ਸੰਤਾਂ ਮਹਾਤਮਾ ਨੂੰ ਸਾਡੇ ਉਹਨਾਂ ਦੇ ਚਰਨਾਂ ਤੇ ਸੀਸ ਧਰ ਦਿੱਤਾ ਜਾਵੇ। ਵਾਰ-ਵਾਰ ਅਸੀਂ ਬੰਦਨਾ ਕਰੀਏ ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਕਮਾਏ ਹਨ। ਸਤਿਗੁਰ ਜੀ ਕਿਰਪਾ ਕਰਨ। ਸਾਧ ਸੰਗਤ ਜੀ ਇਤਿਹਾਸ ਅੱਜ ਦਾ ਸਾਡੇ ਹਿਰਦੇ ਵਿੱਚ ਵਸੇ ਐਸੇ ਮਹਾਂਪੁਰਸ਼ਾਂ ਦੇ ਮਾਤਾ ਪਿਤਾ ਜੀਆਂ ਦਾ ਆਪ ਜੀਆਂ ਨੇ ਜੀਵਨ ਸ਼ਰਵਣ ਕੀਤਾ ਹੈ। ਮਾਤਾ 25 ਪਾਠ ਜਪਜੀ ਸਾਹਿਬ ਦੇ ਹਰ ਰੋਜ਼ ਕਰਦੇ ਹਨ। ਪਿਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅਭਿਆਸੀ ਹਨ। ਅਕਾਲ ਉਸਤਤ ਸੁਖਮਨੀ ਸਾਹਿਬ ਇਤਿਆਦਿਕ ਨਿਤਨੇਮ ਦੀਆਂ ਬਾਣੀਆਂ ਹਨ। ਐਸੇ ਸਾਧ ਸੰਗਤ ਜੀ ਪ੍ਰੇਮ ਵਾਲੇ ਗੁਰਸਿੱਖਾਂ ਦੇ ਘਰ ਵਿੱਚ ਐਸੇ ਮਹਾਂਪੁਰਸ਼ਾਂ ਦਾ ਫਿਰ ਜਨਮ ਹੁੰਦਾ ਹੈ। ਸਤਿਗੁਰ ਜੀ ਕਿਰਪਾ ਕਰਨ। ਇਤਿਹਾਸ ਸੁਣਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਇੱਥੇ ਹੀ 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। 5 ਬਰਸ ਕੋ ਬਾਲਕ ਭਇਓ, ਗੁਰਮੁਖੀ ਵਿਦਿਆ ਮੈਂ ਹਿਤ ਦਇਓ। ਕਰ ਅਰਦਾਸ ਗੁਰੂ ਗ੍ਰੰਥ ਅਗਾਰੀ, ਪ੍ਰਸਾਦ ਬਾਂਟ ਵਿਦਿਆ ਹਿਤ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ